जय गुरुदेव जय भीम। तुसी वेख रहे हो आजाद टीवी। डिप्टी कमिश्नर जलंधर श्री घनश्याम थोरी ने एक संखेप वीडियो संदेश राही महामारी कारण जलंधर विच पैदा हुए ताज़ा हालात ते चानना पाया। उन्हें जिथे आक्सीजन कंस्ट्रक्शनस बैंक ਅਤੇ पोस्ट कोविड-19 रिकवरी वार्ड की पहलकदमी संबंधी विस्तार नाल जानकारी दी। उत्थे जनता नूं वायरस फैलण की रोकथाम लई सुरक्षा हदायतां की सख्ती नाल पालना करन की अपील भी की। सो जलंधर ਜ਼ਿਲ੍ਹੇ ਦੇ ਵਿੱਚ कोविड-19 ਦੇ ਜਿਹੜੀ ਲੇਟੈਸਟ ਪੋਜੀਸ਼ਨ ਨੂੰ ਲੈ ਕੇ ਮੈਂ ਆਪ ਦੇ ਨਾਲ ਕੁਝ ਗੱਲਾਂ ਸਾਂਝੀਆਂ ਕਰਨਾ ਚਾਹ ਰਿਹਾ ਸੀਗਾ। ਸੋ ਪਿੱਛੇ ਅਸੀਂ ਦੇਖ ਰਹੇ ਸੀਗੇ ਵੀ ਜਲੰਧਰ ਜ਼ਿਲ੍ਹੇ ਦੇ ਵਿੱਚ ਬਾਹਰ ਦੇ ਮਰੀਜ਼ ਜਿਹੜੇ ਸਟੇਟ ਤੋਂ ਬਾਹਰ ਦੇ ਮਰੀਜ਼ ਸੀਗੇ, ਦਿੱਲੀ ਤੋਂ, ਹਰਿਆਣਾ ਤੋਂ ਤੇ ਯੂਪੀ ਤੋਂ, ਆਲਮੋਸਟ ਸਾਡੇ ਕੋਲ 300 ਤੋਂ ਵੱਧ ਮਰੀਜ਼ ਬਾਹਰ ਦੇ ਆ ਗਏ ਸੀਗੇ ਤੇ ਉਹਦੇ ਕਰਕੇ ਸਾਡੇ ਹਸਪੀਟਲ ਦੇ ਉੱਤੇ ਕਾਫੀ ਰਸ਼ ਵੱਧ ਰਿਹਾ ਸੀਗਾ। बट हुण जिहड़ी हैगी है असी होर हॉस्पिटल्स नाल तालमेल करके सारे वैड वधा लए सीगे। इस समय भी तकरीबन 20% जिहड़ा पेशेंट है वो स्टेट तो बाहर दा हैगा। फिर भी हुण जिहड़ी हैगी हस्पतालां सारे हस्पतालां दे विच बैड्स नूं लैके कंफर्टेबल पोजीशन बनी हुई है। इस समय जिहड़े साडे 611 बैड जिहड़े हैगे ऑक्सीजन दे वो खाली ने ਤੇ ਵੈਂਟੀਲੇਟਰ ਦੇ ਵੀ ਬੈੱਡ ਜਿਹੜੇ ਹੈਗੇ ICU ਬੈੱਡ 118 ਇਹ ਖਾਲੀ ਨੇ। ਸੋ ਇਸ ਸਮੇਂ ਜਲੰਧਰ ਡਿਸਟ੍ਰਿਕਟ ਦੇ ਵਿੱਚ ਬੈੱਡਸ ਨੂੰ ਲੈ ਕੇ ਕੋਈ ਵੀ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ। ਤੇ ਇੱਕ ਚੰਗੀ ਗੱਲ ਜਿਹੜੀ ਮੈਂ ਪਿਛਲੇ ਲਗਭਗ 2-3 ਹਫ਼ਤਿਆਂ ਦੇ ਟ੍ਰੈਂਡ ਦੇ ਵਿੱਚ ਪਿਛਲੇ 3-4 ਦਿਨਾਂ ਦੇ ਵਿੱਚ ਹੀ ਦੇਖਣ 'ਚ ਮਿਲੀ ਹੈ ਵੀ ਜਿੰਨੇ ਨਵੇਂ ਮਰੀਜ਼ ਆ ਰਹੇ ਨੇ ਡਿਸਚਾਰਜ ਵੀ ਉਹਨੇ ਹੋਣ ਲੱਗ ਗਏ ਨੇ। ਸੋ ਸਾਡਾ ਜਿਹੜਾ ਟੋਟਲ ਪੇਸ਼ੈਂਟ ਨੰਬਰ ਆਫ ਪੇਸ਼ੈਂਟ ਜਿਹੜੇ ਆਕਸੀਜਨ ਬੈੱਡ ਜਿਹਨੂੰ ਅਸੀਂ ਲੈਵਲ 2 ਕਹਿੰਦੇ ਹਾਂ ਤੇ ਲੈਵਲ 3 ICU ਬੈੱਡ ਦੇ ਉੱਤੇ ਜਿਹੜਾ ਟੋਟਲ ਪੇਸ਼ੈਂਟ ਹੈ ਉਹ ਪਿਛਲੇ 3-4 ਦਿਨਾਂ ਦਾ ਇੱਕ ਸਥਿਰ ਬਣਿਆ ਹੋਇਆ। ਸੋ ਮੈਨੂੰ ਉਮੀਦ ਹੈ ਵੀ ਅਸੀਂ ਜਲੰਧਰ ਡਿਸਟ੍ਰਿਕਟ ਦੇ ਵਿੱਚ ਜਿਹੜਾ ਪੇਸ਼ੈਂਟ ਲੋਡ ਪੀਕ ਲੈਵਲ 'ਤੇ ਪਹੁੰਚ ਗਿਆ ਹੈ ਐਂਡ ਅਸੀਂ ਸਾਡੀ ਇਹੀ ਉਮੀਦ ਹੈ ਵੀ ਅੱਗੇ ਇਹ ਪੀਕ ਤੋਂ ਬਾਅਦ ਡਿਕਲਾਈਨ ਹੋਣਾ ਚਾਹੀਦਾ ਹੈ। ਸੋ ਸਾਡੀ ਇਸ ਸਮੇਂ ਬੈੱਡਸ ਨੂੰ ਲੈ ਕੇ ਇੱਕ ਕੰਫਰਟੇਬਲ ਸਿਚੁਏਸ਼ਨ ਬਣੀ ਹੈ ਤੇ ਮੈਂ ਇਹ ਆਸ਼ਵਾਸਨ ਦਿਵਾਉਣਾ ਚਾਹੁੰਦਾ ਵੀ ਜਲੰਧਰ ਨਿਵਾਸੀਆਂ ਨੂੰ ਵੀ ਕੋਈ ਘਬਰਾਉਣ ਦੀ ਇਸ ਬਾਬਤ ਲੋੜ ਨਹੀਂ ਹੈ। ਆਕਸੀਜਨ ਦੀ ਵੀ ਸਾਡੇ ਪਿੱਛੇ ਕਾਫੀ ਜਿੱਦਾਂ ਗਵਰਨਮੈਂਟ ਆਫ ਇੰਡੀਆ ਤੋਂ ਸਪਲਾਈ ਲਾਈਨ ਆਉਂਦੀ ਹੈ ਆਕਸੀਜਨ ਦੀ, ਉਹ ਵੀ ਅਸੀਂ ਕਾਫੀ ਜੰਗੀ ਪੱਧਰ 'ਤੇ ਆਕਸੀਜਨ ਦੇ ਉੱਤੇ ਕੰਮ ਕੀਤਾ ਤੇ ਬੋਕਾਰੋ ਤੋਂ ਵੀ ਅਸੀਂ ਸਪੈਸ਼ਲ ਸਪਲਾਈ ਲਾਈਨਸ ਜਲੰਧਰ ਡਿਸਟ੍ਰਿਕਟ ਦੇ ਵਿੱਚ ਇਨਸ਼ੋਰ ਕੀਤੀਆਂ ਨੇ। ਸੋ ਟਰੱਕ ਸਾਡਾ ਜਿਹੜਾ ਬੋਕਾਰੋ ਤੋਂ ਆ ਰਿਹਾ ਹੈ ਉਹ ਬਿਲਕੁਲ ਅਨਲੋਡ ਕਰਕੇ ਉਹਨੂੰ ਫਾਸਟ ਤਰੀਕੇ ਨਾਲ ਪਹੁੰਚਾਉਣ ਲਈ ਅਸੀਂ ਉਹਨੂੰ ਏਅਰਕ੍ਰਾਫਟ ਤੋਂ ਏਅਰਲਿਫਟ ਕਰਾ ਰਹੇ ਹਾਂ। ਸੋ ਜਿਹੜਾ ਵੀ ਜਲੰਧਰ ਨੂੰ ਟਰੱਕ ਬੋਕਾਰੋ ਤੋਂ ਆ ਰਿਹਾ ਉਹਨੂੰ ਅਸੀਂ ਚੰਡੀਗੜ੍ਹ ਏਅਰਫੋਰਸ ਭੇਜ ਕੇ ਏਅਰਫੋਰਸ ਦੇ ਹਵਾਈ ਜਹਾਜ਼ ਦੇ ਵਿੱਚ ਲੋਡ ਕਰਕੇ ਬੋਕਾਰੋ ਭਿਜਵਾ ਰਹੇ ਹਾਂ ਤਾਂ ਕਿ ਸਾਡਾ ਟਰਨ ਅਰਾਊਂਡ ਟਾਈਮ ਘਟੇ। ਇਹ ਕਰਕੇ ਸਾਡਾ ਜਿਹੜਾ ਪਿਛਲੇ ਹਫ਼ਤੇ 10 ਦਿਨ ਦੇ ਵਿੱਚ ਅਸੀਂ ਆਕਸੀਜਨ ਦੀ ਵੀ ਸਥਿਤੀ 'ਤੇ ਪੂਰਨ ਤੌਰ 'ਤੇ ਕਾਬੂ ਪਾ ਲਿਆ। ਹੁਣ ਸਾਡੇ ਕੋਲ ਜਿਹੜੇ 2 ਪਲਾਂਟ ਸੀਗੇ ਉਹ ਸਾਰਿਆਂ ਦੇ ਵਿੱਚ ਲਿਕੁਇਡ ਆਕਸੀਜਨ ਫਿਲਡ ਨੇ, ਜਿੱਥੇ ਥੋੜ੍ਹਾ ਜਿਹਾ ਜਿਹੜੇ ਏਅਰ ਸੈਪਰੇਟਰ ਯੂਨਿਟ ਵੀ ਲੱਗੇ ਨੇ ਉਹ ਵੀ ਕੰਮ ਕਰ ਰਹੇ ਨੇ ਤੇ ਤੀਜਾ ਪਲਾਂਟ ਵੀ ਜਿਹੜਾ ਸਾਡਾ ਨਹੀਂ ਚੱਲ ਰਿਹਾ ਸੀ ਉੱਥੇ ਵੀ ਅਸੀਂ ਲਿਕੁਇਡ ਆਕਸੀਜਨ ਦਾ ਰਿਜ਼ਰਵ ਕ੍ਰੀਏਟ ਕਰ ਲਿਆ। ਸੋ ਪੂਰੇ ਪੱਖੋਂ ਸਾਡੀ ਜਿਹੜੀ ਹੁਣ ਬੈੱਡਸ ਤੇ ਆਕਸੀਜਨ ਅਵੇਲੇਬਿਲਿਟੀ ਦੀ ਜਲੰਧਰ ਡਿਸਟ੍ਰਿਕਟ ਦੇ ਵਿੱਚ ਪੂਰਨ ਰੂਪ ਤੋਂ ਫੁੱਲ ਤਿਆਰੀਆਂ ਨੇ। ਇੱਕ ਅਸੀਂ ਪਿੱਛੇ ਪੇਸ਼ੈਂਟਸ ਦੀ ਥੋੜ੍ਹੀ ਹੋਰ ਦਿੱਕਤ ਆ ਰਹੀ ਸੀਗੀ, ਹੌਲੀ ਹੌਲੀ ਉਹਨਾਂ ਨੂੰ ਵੀ ਐਡਰੈਸ ਕਰ ਰਹੇ ਹਾਂ ਵੀ ਅੱਜ ਕੱਲ੍ਹ ਕੀ ਦੇਖਣ 'ਚ ਆਇਆ ਟ੍ਰੈਂਡ ਵੀ ਕੋਵਿਡ ਦੇ ਮਰੀਜ਼ ਕੋਵਿਡ ਤੋਂ ਤਾਂ ਉਹ ਰਿਕਵਰ ਕਰ ਜਾਂਦੇ ਨੇ ਤਾਂ ਕੋਵਿਡ ਉਹਨਾਂ ਦੀ ਨੈਗੇਟਿਵ ਰਿਪੋਰਟ ਆ ਜਾਂਦੀ ਹੈ। ਫਿਰ ਵੀ ਉਹਨਾਂ ਦੀ ਜਿਹੜੀ ਹੈ ਆਕਸੀਜਨ ਰਿਕੁਆਇਰਮੈਂਟ ਰਹਿੰਦੀ ਹੈ ਵੀ ਉਹਨਾਂ ਦੀ ਜਿਹੜੀ ਆਕਸੀਜਨ ਸੈਚੂਰੇਸ਼ਨ 95% ਨੈਚੁਰਲ ਨਹੀਂ ਰਹਿੰਦੀ ਤੇ ਉਹਨਾਂ ਨੂੰ ਹੌਸਪੀਟਲਸ ਪ੍ਰੈਸਕ੍ਰਾਈਬ ਕਰ ਰਹੇ ਸੀਗੇ ਵੀ ਤੁਸੀਂ ਆਕਸੀਜਨ ਸਿਲੰਡਰਸ ਘਰੇ ਰੱਖ ਲਓ। ਉੱਥੇ ਦਿੱਕਤ ਇਹ ਆ ਰਹੀ ਸੀਗੀ ਵੀ ਕਿਉਂਕਿ ਆਕਸੀਜਨ ਸਿਲੰਡਰਸ ਜੇਕਰ ਬਹੁਤ ਜ਼ਿਆਦਾ ਘਰ ਚਲੇ ਜਾਣਗੇ ਤਾਂ ਕਈ ਵਾਰ ਹਸਪਤਾਲਾਂ ਦੇ ਰੋਟੇਸ਼ਨ 'ਚੋਂ ਨਿਕਲ ਜਾਂਦੇ ਨੇ। ਸੋ ਇਸ ਕਰਕੇ ਅਸੀਂ ਉਸ ਚੀਜ਼ 'ਤੇ ਥੋੜ੍ਹੀ ਰੋਕ ਲਗਾਈ ਸੀਗੀ। ਹੁਣ ਕੱਲ੍ਹ ਤੋਂ ਇੱਕ ਤਾਂ ਅਸੀਂ ਸਿਸਟਮ ਇਹ ਚਲਾਇਆ ਵੀ ਸਪੈਸ਼ਲ ਸਿਵਲ ਹਸਪਤਾਲ ਦੇ ਵਿੱਚ 30 ਬੈੱਡ ਦਾ ਵਾਰਡ ਐਸਟੈਬਲਿਸ਼ ਕੀਤਾ ਹੈ ਜਿੱਥੇ ਕੋਵਿਡ ਨੈਗੇਟਿਵ ਪੇਸ਼ੈਂਟ ਜਿਹੜੇ ਕੋਵਿਡ ਤੋਂ ਰਿਕਵਰ ਕਰ ਗਏ ਨੇ ਜਿਨ੍ਹਾਂ ਦੀ ਨੈਗੇਟਿਵ ਰਿਪੋਰਟ ਆ ਗਈ ਹੈ ਫਿਰ ਵੀ ਆਕਸੀਜਨ ਸੈਚੂਰੇਸ਼ਨ ਨਹੀਂ ਮੇਨਟੇਨ ਕੀਤੀ, ਉਹ 30 ਬੈੱਡ ਦੀ ਸਪੈਸ਼ਲ ਫੈਸਿਲਿਟੀ ਚਾਲੂ ਕੀਤੀ ਜਿੱਥੇ ਅਸੀਂ ਆਕਸੀਜਨ ਕੌਨਸਨਟ੍ਰੇਟਰ ਰੱਖ ਕੇ ਉਹਨਾਂ ਦਾ ਉੱਥੇ ਜਿੰਨੇ ਮਰਜ਼ੀ ਦਿਨ ਐਕਸਟਰਾ ਰਹੋ, ਫ੍ਰੀ ਖਾਣਾ ਵੀ ਮੁਹੱਈਆ ਕਰਾਇਆ ਜਾਊਗਾ ਤੇ ਆਕਸੀਜਨ ਕੌਨਸਨਟ੍ਰੇਟਰ ਦੇ ਥਰੂ ਉਹਨਾਂ ਦੀ ਜਿਹੜੀ ਆਕਸੀਜਨ ਸੈਚੂਰੇਸ਼ਨ ਵੀ ਮੇਨਟੇਨ ਕੀਤੀ ਜਾਊਗੀ। ਅੱਜ ਅਸੀਂ ਇੱਕ ਹੋਰ ਨਵਾਂ ਉਪਰਾਲਾ ਡਿਸਟ੍ਰਿਕਟ ਰੈੱਡ ਕਰਾਸ ਸੁਸਾਇਟੀ ਦੇ ਥਰੂ ਲਾਂਚ ਕਰਨ ਲੱਗੇ ਹਾਂ ਜਿਹਦੇ ਵਿੱਚ ਅਸੀਂ ਆਕਸੀਜਨ ਕੌਨਸਨਟ੍ਰੇਟਰ ਘਰ ਲਈ ਵੀ ਦੇਵਾਂਗੇ। ਸੋ ਉਹਦੇ ਵਿੱਚ ਮੋਡਸ ਆਪਰੈਂਡੀ ਜਾਂ ਕਰਨ ਦਾ ਤਰੀਕਾ ਇਹ ਰਹੂਗਾ ਵੀ ਜਿਹੜਾ ਹਸਪੀਟਲ ਪ੍ਰੈਸਕ੍ਰਾਈਬ ਕਰਦਾ ਹੈ ਇੱਕ ਤਾਂ ਉਹਦੀ ਪ੍ਰੈਸਕ੍ਰਿਪਸ਼ਨ ਦੀ ਸਲਿੱਪ ਸਾਨੂੰ ਚਾਹੀਦੀ ਹੋਊਗੀ, ਉਹ ਅਸੀਂ ਜਿਹੜਾ ਹੈਗਾ ਸੈਕਰੇਟਰੀ ਰੈੱਡ ਕਰਾਸ ਨੂੰ ਉਹਦਾ ਇੰਚਾਰਜ ਬਣਾਇਆ, ਉੱਥੇ ਅਸੀਂ 30 ਆਕਸੀਜਨ ਕੌਨਸਨਟ੍ਰੇਟਰ ਦੇਵਾਂਗੇ
ਤਾਂ ਕਿ ਜਿਹੜਾ ਹਸਪੀਟਲ ਦੀ ਇਹ ਜ਼ਿੰਮੇਵਾਰੀ ਹੋਏਗੀ ਵੀ ਉਹ ਆਪਣਾ ਕੋਈ ਇੱਕ ਨਰਸਿੰਗ ਸਟਾਫ ਜਿਹੜਾ ਇਹਦੇ ਵਿੱਚ ਟ੍ਰੇਨਡ ਹੋ, ਘਰੇ ਜਾ ਕੇ ਪੇਸ਼ੈਂਟ ਦੇ ਉਹ ਸੈਟਅਪ ਕਰਾ ਕੇ ਚਲਾ ਕੇ ਆ ਜਾਵੇ। ਪਲੱਸ ਉੱਥੇ ਜਿਹੜਾ ਹੈਗਾ ਅਸੀਂ ਇੱਕ ਨੋਮੀਨਲ ਜਿਹਾ ਰੈਂਟ ਰੱਖਿਆ ਤਾਂ ਕਿ ਕੋਈ ਇਸ ਟਾਈਪ ਦਾ ਮਿਸਯੂਜ਼ ਨਾ ਹੋਵੇ ਵੀ ਜਿਨ੍ਹਾਂ ਨੂੰ ਲੋਡ ਨਹੀਂ ਹੈ ਉਹ ਵੀ ਲੈ ਰਹੇ ਹੋਣ ਆਕਸੀਜਨ ਕਨਸੈਂਟਰੇਟਰ। ਸੋ ਉਹ ਅਸੀਂ ਫੈਸਿਲਿਟੀ ਚਾਲੂ ਕਰਨ ਲੱਗੇ ਤਾਂ ਕਿ ਮਰੀਜ਼ਾਂ ਨੂੰ ਘਰੇ ਹੀ ਆਕਸੀਜਨ ਪਹੁੰਚਾਈ ਜਾ ਸਕੇ। ਤੇ ਇਹਦੇ ਵਿੱਚ ਸਿਰਫ ਉਹਨਾਂ ਨੂੰ ਇਹ ਧਿਆਨ ਰੱਖਣਾ ਪਏਗਾ ਵੀ ਕੋਈ ਇਲੈਕਟ੍ਰਿਸਿਟੀ ਦਾ ਬੈਕਅਪ ਜ਼ਰੂਰ ਹੋਵੇ। ਜੇਕਰ ਲਾਈਟ ਚਲੀ ਜਾਂਦੀ ਹੈ ਤਾਂ ਉੱਥੇ ਕੋਈ UPS ਦਾ ਪ੍ਰਬੰਧ ਜਾਂ ਕੋਈ ਜਨਰੇਟਰ ਦਾ ਪ੍ਰਬੰਧ ਹੋਵੇ। ਐਂਡ ਅਸੀਂ ਸੈਕਟਰੀ ਰੈੱਡ ਕਰਾਸ ਨੂੰ ਇਹ ਵੀ ਕਿਹਾ ਵੀ ਜੇਕਰ ਕੁਝ ਐਮਰਜੈਂਸੀ ਸਿਲੰਡਰ ਵੀ ਰਿਜ਼ਰਵ ਰੱਖੋ ਵੀ ਜਿਨ੍ਹਾਂ ਦੇ ਆਕਸੀਜਨ ਕਨਸੈਂਟਰੇਟਰ ਚੱਲ ਰਹੇ ਨੇ, ਕੋਈ ਇਸ ਟਾਈਪ ਦਾ ਬੈਕਅਪ ਦਾ ਇਸ਼ੂ ਆਉਂਦਾ ਤਾਂ ਇਮੀਡੀਏਟਲੀ ਉੱਥੇ ਆਕਸੀਜਨ ਸਿਲੰਡਰ ਵੀ ਮੁਹੱਈਆ ਕਰਾਇਆ ਜਾਵੇ। ਸੋ ਇਹ ਅਸੀਂ ਹੋਰ ਜਿਹੜੀ ਸਾਡੇ ਕੋਲ ਕੰਪਲੇਂਟਸ ਆ ਰਹੀਆਂ ਨੇ, ਡਿਮਾਂਡਸ ਆ ਰਹੀਆਂ ਨੂੰ ਉਹਨੂੰ ਐਡਰੈਸ ਕਰਨ ਲਈ ਹੋਰ ਇਸ ਟਾਈਪ ਦੇ ਉਪਰਾਲੇ ਅਸੀਂ ਲਗਾਤਾਰ ਕਰ ਰਹੇ ਹਾਂ।